वो बेअदबी वो गुरु दी जिहड़ी गल कर रहे हो ना, उस गुरु साडे गुरु ग्रंथ साहब पवित्र दी गल करदे, तुहानूं इस गल नाल शर्म ना आई भी ये पार्टी नाल समझौता कर रहे हैं जिन्हें गुरु ग्रंथ साहब दी बेअदबी कीती है, गली गली च अंग खंडाए ने। ਇਹ ਭਾਵਨਾਵਾਂ ਨੂੰ ਠੇਸ ਮਾਰੀ ਹੈਗੀ ਹੈ ਕਿ ਬਿੱਟੂ ਕਹਿੰਦੇ ਕਿ ਪੰਥਕ ਸੀਟ ਬਸਪਾ ਨੂੰ ਕਿਵੇਂ ਦਿੱਤੀ ਜਾ ਸਕਦੀ। मैं गल अकाली दल भज गया ना, प्रदर्शन तो तेज जिन्ने मर्जी करन, वो तो मैनूं मारन दी गल करदा, वो तो कहंदा तुसीं रिकॉर्डिंग भी किसानां तो बच गया, असीं कोठी चों कढ के ਉਹਨੂੰ मारांगे। ਉਹਨਾਂ ਨੂੰ ਪੁੱਛ ਲਿਓ ਵੀ ਇਹ ਕੀ ਨੇ ਜਿਹੜੇ ਕਾਂਸ਼ੀ ਰਾਮ ਜੀ ਇਹ ਪਾਰਟੀ ਬਣਾਉਣ ਵਾਲੇ ਆ ਨਾ, ਉਹਨਾਂ ਵੇਲੇ ਤਾਂ ਇਹ ਉਹ ਪਾਰਟੀ ਦੇ ਮਾਨਸਿਕਤਾ ਇਹ ਐਸੀਆਂ ਦੀ ਗੱਲ ਕਰਦੇ ਆ। ਇਹ ਮਾਇਆਵਤੀ ਜਿਹੜੀ ਨੇ 2200 ਕਰੋੜ ਦੇ ਗਰੀਬਾਂ ਨੂੰ ਕੋਈ ਪੈਸਾ ਤਾਂ ਕੀ ਦੇਣਾ ਸੀ, ਆਪ ਦੀਆਂ ਮੂਰਤੀਆਂ ਹੀ ਲਵਾ ਲਈਆਂ। ਸਭ ਤੋਂ ਜ਼ਿਆਦਾ ਜਿਸ ਤਰੀਕੇ ਨਾਲ ਸਵਾਲ ਖੜੇ ਕਰ ਰਹੇ ਸੀ, ਅੱਜ ਕੱਲ ਬਿੱਟੂ ਹੀ ਹੋਣੀ ਜਿਹੜੇ ਨੇ ਉਹ ਫੋਟੋਆਂ ਦੇ ਵਿੱਚ ਨਜ਼ਰ ਆਉਂਦੇ ਨੇ, ਮੀਟਿੰਗਾਂ ਹੋ ਰਹੀਆਂ ਨੇ, ਸੰਸਦਾਂ ਨਾਲ ਹੋ ਰਹੀਆਂ ਨੇ, ਵਿਧਾਇਕਾਂ ਨਾਲ ਹੋ ਰਹੀਆਂ ਨੇ, ਅੱਜ ਕੱਲ ਤੁਹਾਡੀ ਫੋਟੋਆਂ ਜਿਹੜੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ਤੇ ਸਭ ਤੋਂ ਵੱਧ ਨਜ਼ਰ ਆ ਰਹੀਆਂ ਬਿੱਟੂ। ਤੇ ਫਿਰ ਆਪਾਂ ਇਹ ਚ ਗੱਲ ਕਿੱਥੇ ਕਹਿਤੀ ਕੋਈ ਧਰਮ ਦੇ ਅਗੇਂਸਟ। ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਦੇ ਉੱਤੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਬਿਆਨ ਦਿੱਤਾ ਕਿ ਅਕਾਲੀ ਦਲ ਆਪਣੀ ਪਵਿੱਤਰ ਸੀਟਾਂ ਤੋਂ ਪਿੱਛੇ ਹਟ ਰਹੀ ਹੈ, ਜਿਸ ਤੋਂ ਬਾਅਦ ਇਸ ਵੇਲੇ ਵਿਵਾਦ ਜਿਹੜਾ ਹੈ ਉਹ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਬਸਪਾ ਤੇ ਅਕਾਲੀ ਦਲ ਰਵਨੀਤ ਬਿੱਟੂ ਦਾ ਵਿਰੋਧ ਕਰ ਰਹੇ ਨੇ ਔਰ ਐਸਸੀ ਕਮਿਸ਼ਨ ਨੂੰ ਵੀ ਸ਼ਿਕਾਇਤ ਦਿੱਤੀ ਹੈ। ਐਸਸੀ ਕਮਿਸ਼ਨ ਨੇ ਬਿੱਟੂ ਉਹਨਾਂ ਨੂੰ ਤਲਬ ਕਰ ਲਿੱਤਾ ਹੈ। ਕੱਲ ਲੁਧਿਆਣਾ ਦੇ ਵਿੱਚ ਵੀ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਸਾਡੇ ਨਾਲ ਬਿੱਟੂ ਨਹੀਂ ਮੌਜੂਦ ਨੇ। ਬਿੱਟੂ ਸਾਹਿਬ, ਜਿਹੜਾ ਪ੍ਰਦਰਸ਼ਨ ਹੋਇਆ ਲੁਧਿਆਣਾ ਦੇ ਵਿੱਚ ਔਰ ਜਿਸ ਤਰੀਕੇ ਦੇ ਨਾਲ ਜੋ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ, ਉਸ ਤੋਂ ਕਹਿੰਦੇ ਬਿੱਟੂ ਜੀ ਨੂੰ ਕੀ ਦਿੱਕਤ ਹੈਗੀ? ਨਹੀਂ ਅਸੀਂ ਤਾਂ ਇੱਕ ਐਜ਼ ਏ ਪੋਲੀਟੀਕਲ ਪਾਰਟੀ, ਐਜ਼ ਏ ਪੋਲੀਟੀਕਲ ਲੀਡਰ ਆਪਣੀ ਗੱਲ ਹਮੇਸ਼ਾ ਰਾਏ ਰੱਖਣੀ ਹੁੰਦੀ ਹੈ। ਉਹਦੇ ਬਾਰੇ ਰਾਏ ਰੱਖੀ ਵੀ ਅੱਜ ਕਿਉਂ ਜ਼ਰੂਰਤ ਪੈ ਗਈ ਅਕਾਲੀ ਦਲ ਨੂੰ। ਪਰ ਉਹ ਦੇਖੋ ਨਾ, ਗੱਲ ਕਈ ਵਾਰ ਕੀ ਹੁੰਦਾ, ਮੁੱਦਿਆਂ ਦੀ ਘਾਟ ਹੋ ਜਾਂਦੀ ਆ, ਕੋਈ ਕਿਸੇ ਕੋਲ ਗੱਲ ਨਹੀਂ ਰਹਿੰਦੀ ਤੇ ਪਰਸਨਲ ਅਟੈਕ ਤੇ ਤਾਂ ਹੀ ਆਉਂਦਾ ਨਾ ਬੰਦਾ। ਤੇ ਤੁਸੀਂ ਵੀ ਸਾਰੇ ਮੀਡੀਆ ਵਾਲੇ ਜਾਣਦੇ ਹੋ ਵੀ ਮੈਂ ਵੀ ਕੀ ਬੋਲਿਆ ਸੀ। ਮੈਂ ਇਹ ਗੱਲ ਕਹੀ, ਖੈਰ ਮੈਂ ਗੱਲਾਂ ਤਾਂ ਬਾਈ ਨੂੰ ਕਰਨੀਆਂ ਸੀ ਸਾਰੀਆਂ ਉੱਥੇ, ਅੱਜ ਚਲੋ ਮੌਕਾ ਆ ਗਿਆ, ਤੁਸੀਂ ਆ ਗਏ ਸਾਰੇ ਆਪਣੇ ਲਾਲੀ ਜੀ ਦੇ ਜਿਹੜਾ ਸਮਾਗਮ ਤੇ। ਹੁਣ ਗੱਲ ਇੰਨੀ ਆ ਵੀ ਮੇਰਾ ਇਹ ਬੜਾ ਮੰਨਣਾ ਹੈ ਵੀ ਜਿਹੜਾ ਅਕਾਲੀ ਦਲ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਲੋਕਾਂ ਨੇ ਮਤਲਬ ਟੋਟਲ ਉਹਨਾਂ ਨੂੰ ਨਕਾਰਤਾ। ਓਪੋਜੀਸ਼ਨ ਪਾਰਟੀ ਵੀ ਉਹ ਬਣ ਨਹੀਂ ਸਕੇ ਜੋ ਹਾਲਾਤ ਨੇ। ਹੁਣ ਉਹਨਾਂ ਨੇ ਇੱਕ ਦੇਖਿਆ ਵੀ ਛਟਕਾਰਾ ਕਿਵੇਂ ਪਾਈਏ, ਕਿਸੇ ਤਰੀਕੇ ਨਾਲ ਭੱਜੀਏ ਕਿਵੇਂ। ਹੁਣ ਮੈਂ ਉਹ ਗੱਲ ਕਹਿ ਰਿਹਾ ਵੀ ਜਿਹੜੀ ਇੱਕ ਪੰਥਕ ਪਾਰਟੀ, SGPC ਇਲੈਕਸ਼ਨ ਵੀ ਉਹ ਲੜਦੇ ਆ ਨਾ, ਤੇ ਤੁਸੀਂ ਮੈਨੂੰ ਦੱਸੋ ਜਿਹੜੀ ਪੰਥਕ ਪਾਰਟੀ ਹੋਵੇ ਅਕਾਲੀ ਦਲ, ਉਹ ਜੇ ਧਾਰਮਿਕ ਸੀਟਾਂ ਤੋਂ ਉਹ ਛੱਡ ਕੇ ਭੱਜਦੀ ਆ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਜਿਹੜਾ ਆਪ ਦਾ ਕੋਰ ਵੋਟ ਬੈਂਕ ਆ ਜਾਂ ਕੋਰ ਜਿਹੜਾ ਉਹਨਾਂ ਦੀ ਖਿਆਲਾਤ ਸੀ ਉਹ ਤੋਂ ਉਹ ਭੱਜ ਗਏ। ਮੇਰਾ ਕਹਿਣਾ ਦਾ ਇਹ ਭਾਵ ਆ। ਤੇ ਉਹੀ ਗੱਲ ਤੇ ਮੈਂ ਅੱਜ ਖੜਾ ਹੈ ਵੀ ਉਹ ਸੀਟਾਂ ਵੀ ਦੇਖੋ ਅੱਜ ਉਹ ਦੇ ਕੇ ਆਪਣੇ ਆਪ ਨੂੰ ਦੂਜਾ, ਮੈਂ ਚੰਦੂ ਮਾਜਰਾ ਜੀ ਵਾਲੀ ਗੱਲ ਦੱਸੀ ਹੈ ਵੀ ਉਹਨਾਂ ਦੇ ਹਲਕੇ 'ਚ ਬਹੁਤ ਜਲਦ ਸਟੇਟਮੈਂਟ ਇਹ ਸੀਗੀ, ਜੇਕਰ ਉਸੇ ਸੀਟ ਦੇ ਉੱਤੇ ਕੋਈ ਹਿੰਦੂ ਫੇਸ ਉਤਾਰਿਆ ਜਾਂਦਾ ਤਾਂ ਤੁਸੀਂ ਇਹ ਬਿਆਨ ਦਿੰਦੇ ਤਾਂ ਸ਼ਾਇਦ ਇਸ ਨੂੰ ਜਸਟੀਫਾਈ ਕਰ ਲੈਂਦੇ। ਪਰ ਜੇਕਰ ਅਸੀਂ ਜੇ ਅਸੀਂ ਗੱਲ ਕਰਦੇ ਹਾਂ ਧਾਰਮਿਕ ਸੀਟ ਦੀ, ਤਾਂ ਪੰਥਕ ਸੀਟ ਦੇ ਉੱਤੇ ਤਾਂ ਕੋਈ ਵੀ ਜਿਹੜਾ ਹੈਗਾ ਉਹ ਲੜ ਸਕਦਾ। ਹਾਲਾਂਕਿ ਜੇਕਰ ਅਸੀਂ ਫਲਸਫੇ ਦੀ ਗੱਲ ਕਰਦੇ ਹੈਗੇ ਹਾਂ, ਸਿੱਖੀਜ਼ਮ ਦੇ ਫਲਸਫੇ ਦੀ ਗੱਲ ਕਰਦੇ ਹਾਂ, ਤਾਂ ਸਾਰੇ ਧਰਮ ਇੱਕ ਬਰਾਬਰ ਰੱਖੇ ਗਏ ਹੈਗੇ ਉਹਨਾਂ ਦੇ ਵੱਲੋਂ। ਤੇ ਫਿਰ ਆਪਾਂ ਇਹ 'ਚ ਗੱਲ ਕਿੱਥੇ ਕਹਿਤੀ ਕੋਈ ਧਰਮ ਦੇ ਅਗੇਂਸਟ? ਮੈਨੂੰ ਤੁਸੀਂ ਸਮਝਾਓ ਨਾ, ਤੁਸੀਂ ਇਹ ਗੱਲ ਸ਼ੁਰੂ ਕੀਤੀ। ਇਹ ਭਾਵਨਾਵਾਂ ਨੂੰ ਠੇਸ ਮਾਰੀ ਹੈਗੀ ਹੈ ਕਿ ਬਿੱਟੂ ਕਹਿੰਦੇ ਕਿ ਪੰਥਕ ਸੀਟ ਬਸਪਾ ਨੂੰ ਕਿਵੇਂ ਦਿੱਤੀ ਜਾ ਸਕਦੀ? ਮੈਂ ਗੱਲ ਅਕਾਲੀ ਦਲ ਭੱਜ ਗਿਆ। ਅੱਛਾ ਚਲੋ ਬਸਪਾ ਨੂੰ ਵੀ ਲਾ ਲਓ। ਬਸਪਾ ਨੂੰ ਤੁਸੀਂ ਕੀ ਸਮਝਦੇ ਹੋ? ਮੈਨੂੰ ਦੱਸੋ ਨਾ, ਬਸਪਾ ਨੂੰ ਤੁਸੀਂ ਕੀ ਸਮਝਦੇ ਹੋ? ਬਸਪਾ ਇੱਕ ਪਾਰਟੀ ਹੈਗੀ ਹੈ ਜਿਸ ਤਰੀਕੇ ਨਾਲ ਦਲਿਤਾਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਹੈ। ਉਹ ਕਹਿੰਦੇ ਕਿ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਬਿੱਟੂ ਨੇ ਕਿ ਇਹ ਪੰਥਕ ਸੀਟ ਬਸਪਾ ਨੂੰ ਕਿਵੇਂ ਚੱਲੇਗੀ। ਇੱਥੇ ਸਿਰਫ ਕੋਈ ਪੰਥਕ ਚਿਹਰਾ ਹੀ ਜਿਹੜਾ ਹੈਗਾ ਜਾਂ ਪੰਥਕ ਪਾਰਟੀ ਜਿਹੜੀ ਹੈਗੀ ਉਹ ਸੀਟ ਲੜ ਸਕਦੀ ਹੈ। ਮੈਂ ਤਾਂ ਅਕਾਲੀ ਦਲ ਗੱਲ ਕਹੀ ਹੈ ਭੱਜਿਆ। ਇਸ ਗੱਲ 'ਚ SC ਕਿੱਥੋਂ ਆ ਗਿਆ ਇਹ ਮੈਨੂੰ ਸਮਝਾਓ ਪਹਿਲਾਂ। ਜਿਹੜੀ SC ਵਾਲੀ ਗੱਲ ਆਈ ਆ ਉਹ ਕਿੱਥੋਂ ਆ ਗਈ? ਤੁਸੀਂ ਮੈਨੂੰ ਦੱਸੋ। ਜਿਹੜਾ ਉਹਨਾਂ ਦਾ ਉਰੇ ਇੰਚਾਰਜ ਆਇਆ ਜੁਆਇਨ ਕਰਾਉਣ ਉਹ ਕੌਣ ਸੀ? ਉਹ SC ਸੀ, ਜਨਰਲ ਸੀ ਨਾ। ਤੇ ਇੱਕ ਗੱਲ ਹੋਰ ਮੈਨੂੰ ਸਮਝਾਓ ਵੀ ਜੇ ਗੁਰੂ ਦੇ ਫਲਸਫੇ ਤੇ ਚੱਲਣ ਵਾਲੀ ਗੱਲ ਕੀਤੀ ਆ ਤੁਸੀਂ, ਉਹ ਗੁਰੂ ਗ੍ਰੰਥ ਸਾਹਿਬ ਨੂੰ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਪਹਿਲਾਂ ਉਹਨਾਂ ਨੂੰ ਇਹ ਵੀ ਪੁੱਛ ਲਓ
ਵੀ ਉਹ ਬੇਅਦਬੀ ਉਹ ਗੁਰੂ ਦੀ ਜਿਹੜੀ ਗੱਲ ਕਰ ਰਹੇ ਹੋ ਨਾ, ਉਸ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਪਵਿੱਤਰ ਦੀ ਗੱਲ ਕਰਦੇ, ਤੁਹਾਨੂੰ ਇਸ ਗੱਲ ਨਾਲ ਸ਼ਰਮ ਨਾ ਆਈ ਵੀ ਇਹ ਪਾਰਟੀ ਨਾਲ ਸਮਝੌਤਾ ਕਰ ਰਹੇ ਆ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ, ਗਲੀ ਗਲੀ 'ਚ ਅੰਗ ਖੰਡਾਏ ਨੇ? ਉਹ ਪੁੱਛਿਓ ਤਾਂ ਸਵਾਲ ਕਦੇ ਜੇ ਮਿਲੇ ਤੁਹਾਨੂੰ ਵੀ ਤੁਸੀਂ ਇਹ ਪਾਰਟੀ ਨਾਲ ਸਮਝੌਤਾ ਕਰਕੇ ਕਿੰਨਾ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਦੇ ਰਾਹ ਤੇ ਚੱਲਣ ਵਾਲੇ ਕਹਾਉਂਦੇ ਹੋ? ਅਸੀਂ ਤਾਂ ਉਹਨਾਂ ਨੂੰ ਸਵਾਲ ਪੁੱਛਿਆ, ਉਹਨਾਂ ਨੇ ਉਲਟਾ ਸਵਾਲ ਬਿੱਟੂ ਸਾਹਿਬ ਤੁਹਾਡੇ ਤੇ ਖੜਾ ਕਰ ਦਿੱਤਾ, ਕਹਿੰਦੇ ਕਿ ਰਵਨੀਤ ਬਿੱਟੂ ਦਾ ਸਿੱਖ ਹੀ ਨਹੀਂ ਹੈਗੇ। ਉਹਨਾਂ ਨੇ ਤੁਹਾਡੇ ਸਿੱਖੀਜ਼ਮ ਦੇ ਉੱਤੇ ਜਿਹੜਾ ਹੈਗਾ ਸਵਾਲ ਖੜਾ ਕਰ ਦਿੱਤਾ। ਜਸਵੀਰ ਗੜੀ ਉਹਨਾਂ ਦਾ ਕੀ ਜਵਾਬ ਸੀ? ਚਲੋ ਜੀ, ਮੈਂ ਤਾਂ ਹਿੰਦੂ ਵੀ ਹਾਂ, ਸਿੱਖ ਵੀ ਹਾਂ, ਈਸਾਈ ਵੀ ਹਾਂ, ਮੁਸਲਮਾਨ ਵੀ ਹਾਂ। ਮੈਂ ਤਾਂ ਸਾਰਾ ਇਸ ਇੱਕ ਮਿੱਟੀ ਦਾ, ਇਸ ਧਰਤੀ ਦਾ ਬਣਾਇਆ ਹੋਇਆ ਇੱਕ ਮਾਸ ਦਾ ਪੁਤਲਾ ਹੈ। ਅਸੀਂ ਤਾਂ ਸਭ ਧਰਮਾਂ 'ਚ ਵਿਸ਼ਵਾਸ ਰੱਖਦੇ ਹਾਂ। ਉਹ ਪਤਾ ਨਹੀਂ ਕੀ 'ਚ ਵਿਸ਼ਵਾਸ ਰੱਖਦੇ ਆ, ਮੈਨੂੰ ਨਹੀਂ ਪਤਾ, ਪਰ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਿਖਾਇਆ ਵੀ ਸਭ ਇੱਕ ਨੇ। ਇਹ 'ਚ ਕਿਹਾ ਕਿ ਨਹੀਂ, ਇਹ ਗੱਲ ਕਹੀ ਕਿ ਨਹੀਂ? ਅਸੀਂ ਤਾਂ ਭਾਈ ਇੱਕ ਹਾਂ। ਉਹ ਕੋਈ ਜਵਾਕ ਆ, ਕੋਈ ਬੱਚਾ, ਕੋਈ ਪੋਲਿਟਿਕਸ ਇਹਨੂੰ ਪਤਾ ਨਹੀਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸਰਦਾਰ ਬਿਆਨ ਸਿੰਘ ਇੱਕ ਮੁੱਖ ਮੰਤਰੀ ਰਹਿ ਕੇ ਉਰੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲੈ ਕੇ ਆਏ। ਅੱਜ ਹਰੇਕ ਬੰਦਾ ਇੱਕੋ ਮੁੱਖ ਮੰਤਰੀ ਆ ਪੰਜਾਬ ਜਿਹੜਾ ਸ਼ਹੀਦ ਹੋਇਆ। ਜੇ ਅੱਜ ਪੰਜਾਬ ਦੇ ਹਾਲਾਤ ਕੀ ਹੁੰਦੇ ਇਹਨਾਂ ਨੂੰ ਇਹ ਨਹੀਂ ਪਤਾ। ਇਸ ਕਰਕੇ ਨਵਾਂ ਵਿਚਾਰੇ ਸਟੇਜ ਨਹੀਂ ਕਦੇ ਮਿਲੀ ਸੀ BSP ਨੂੰ, ਕਿਉਂਕਿ ਇਹਨਾਂ ਨੂੰ ਇਹ ਪੁੱਛਿਓ ਵੀ ਤੁਸੀਂ ਐਸੀ ਆਪਣੇ ਆਪ ਨੂੰ ਕਹਾਉਣ ਜਿਹੜੀ ਗੱਲ ਕਰਦੇ ਹੋ, 40% SC ਆ ਸਾਡੇ ਪੰਜਾਬ 'ਚ ਸਭ ਤੋਂ ਵੱਧ, ਤੇ ਤੁਹਾਨੂੰ ਵੋਟ ਪੈਂਦੀ 0.5%। ਤੁਸੀਂ ਕੀ ਐਸੀਆਂ ਦੀ ਰਿਪਰੈਜ਼ੈਂਟੇਸ਼ਨ ਕਰੋਗੇ? ਉਹ ਅੱਧੀ 'ਚੋਂ ਵੀ ਤੁਹਾਨੂੰ ਜਰਨਲ ਵੀ ਪੈਂਦੀ ਆ, OBC ਵੀ ਪੈਂਦੀ ਆ, 0.5% ਵੋਟ। ਉਹ ਕੀ ਗੱਲ ਕਰਨਗੇ ਜੀ? ਉਹ ਐਸੀਆਂ ਦੀ ਗੱਲ ਕਰਨਗੇ? ਸਿਆਸਤ ਹੀ ਹੋ ਰਹੀ ਹੈ ਦਲਿਤਾਂ ਦੇ ਨਾਂ ਦੇ ਉੱਤੇ, ਸਿਰਫ ਸਿਆਸੀ ਰੋਟੀਆਂ ਹੀ ਜਿਹੜੀਆਂ ਨੇ ਉਹ ਸੇਕੀਆਂ ਜਾ ਰਹੀਆਂ। ਪਤਾ ਹੋ ਅਸੀਂ ਤਾਂ ਮੈਂ ਤਾਂ ਦੇਖੋ ਜੀ, ਅੱਜ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣਿਆ ਹੋਇਆ, ਮੁੱਖ ਮੰਤਰੀ ਰਹੇ, ਤੇ ਸਭ ਤੋਂ ਵੱਧ ਮੇਰੇ ਗ੍ਰੈਂਡਫਾਦਰ ਦੇ ਵੇਲੇ SC ਕੈਬਨਿਟ ਮੰਤਰੀ ਸੀ, ਸਭ ਤੋਂ ਵੱਧ DC ਉਦੋਂ ਹੁੰਦੇ ਸੀ। ਅਸੀਂ ਤਾਂ 100 ਲੋਕਾਂ ਨੂੰ ਰੋਜ਼ ਪੈਰੀਂ ਹੱਥ ਲਾਉਨੇ ਆ, ਉਹਨਾਂ ਦੇ ਨਾਲ ਚਾਹਾਂ ਉਹੀ ਗੱਪਾਂ 'ਚ ਪੀਨੇ ਆ, ਉਹੀ ਬਹਿਨੇ ਆ। ਇਹ ਤਾਂ ਕੋਈ ਨਵਾਂ ਆਇਆ ਹੈ, ਕੋਈ ਇਹ ਮੈਨੂੰ ਲੱਗਦਾ ਮੇਰੇ ਬਾਰੇ ਨਹੀਂ ਜਾਣਦਾ, ਜਾਂ ਇਹ ਪੰਜਾਬ ਦੀ ਸਿਆਸਤ ਬਾਰੇ ਨਹੀਂ ਜਾਣਦਾ। ਜੋ ਕੋਈ ਬੰਦਾ ਇਹਨੂੰ ਸਟੇਜ ਮਿਲੀ ਆ, ਕੋਈ ਨਵਾਂ ਇਹਨੂੰ ਇਸ ਗੱਲ ਦਾ ਇਲਮ ਹੀ ਨਹੀਂਗਾ ਵੀ ਪੰਜਾਬ ਦੀ ਪੋਲਿਟਿਕਸ ਪੰਜਾਬ ਦੇ ਪਿੱਛੋਂ ਫੀਡ ਕੁਝ ਹੋਰ ਕੀਤਾ ਜਾ ਰਿਹਾ ਹੈਗਾ, ਜਿਨ੍ਹਾਂ ਨਾਲ ਅਲਾਈਅੰਸ ਕੀਤਾ ਹੈਗਾ ਉਹਨਾਂ ਦੇ ਵੱਲੋਂ ਫੀਡ ਇਹ ਕਰਕੇ ਇਹ ਮੁੱਦੇ ਨੂੰ ਹੁਣ ਉਭਾਰਿਆ ਜਾ ਰਿਹਾ ਹੈ। ਕਿ ਇਹ ਮੁੱਦਾ ਹੀ ਕੋਈ ਹੈ ਨਹੀਂਗਾ, ਉਭਾਰਨਾ ਇਹਨੂੰ ਕੀ ਆ? 2 ਦਿਨ ਇਹਨਾਂ ਦੇ ਜਲੂਸ ਜੇ ਕੱਢ ਲਏ, ਉਹ ਮੁੱਦਾ ਕੀ ਆ? ਉਹ ਤਾਂ ਕਹਿੰਦੇ ਕਿ ਜਦ ਤੱਕ ਕੋਈ ਇਸ ਦੇ ਉੱਤੇ ਸਖਤ ਕਾਰਵਾਈ ਨਹੀਂ ਹੁੰਦੀ ਅਸੀਂ ਤਾਂ ਪ੍ਰਦਰਸ਼ਨ ਹੋਰ ਤੇਜ਼ ਕਰਾਂਗੇ। ਨਾ ਪ੍ਰਦਰਸ਼ਨ ਤਾਂ ਤੇਜ਼ ਹੋ ਜਿੰਨੇ ਮਰਜ਼ੀ ਕਰਨ। ਉਹ ਤਾਂ ਮੈਨੂੰ ਮਾਰਨ ਦੀ ਗੱਲ ਕਰਦਾ। ਉਹ ਤਾਂ ਕਹਿੰਦਾ ਤੁਸੀਂ ਰਿਕਾਰਡਿੰਗ ਵੀ ਕਿਸਾਨਾਂ ਤੋਂ ਤਾਂ ਬਚ ਗਿਆ, ਅਸੀਂ ਕੋਠੀ 'ਚੋਂ ਕੱਢ ਕੇ ਉਹਨੂੰ ਮਾਰਾਂਗੇ। ਇਹ ਤੁਸੀਂ ਆਪ ਸੁਣ ਲਓ ਦੀ, ਉਹਨੇ ਇਹ ਗੱਲ ਉਹਨੇ ਕਹੀ ਆ, ਜਿਹੜਾ ਬੰਦਾ ਇਹ। ਤੁਸੀਂ 22 ਤਰੀਕ ਨੂੰ ਪੇਸ਼ ਹੋਵੋਗੇ ਕਮਿਸ਼ਨ ਦੇ ਸਾਹਮਣੇ? ਦੇਖੋ, ਮੈਨੂੰ ਤਾਂ ਕਮਿਸ਼ਨ ਤਾਂ ਬਹੁਤ ਹੀ ਵੱਡੀ ਗੱਲ ਆ। ਮੈਨੂੰ ਤਾਂ ਕੋਈ ਵੀ ਇੱਕ ਨਮਾਣਾ ਮੈਂ ਇੱਕ ਆਦਮੀ ਆ, ਇਨਸਾਨ ਆ। ਮੈਨੂੰ ਤਾਂ ਕੋਈ ਵੀ ਪੁੱਛੂ, ਚਾਹੇ SC ਆ, ਕੋਈ ਜਰਨਲ ਆ, ਮੈਂ ਉਹਦੇ ਮੂਹਰੇ ਵੀ ਹੱਥ ਜੋੜ ਕੇ ਜਾਊਂਗਾ। ਇਹ ਤਾਂ ਇੱਕ ਕਮਿਸ਼ਨ ਆ। ਸਾਡੀ ਪੋਲੀਟੀਕਲ ਬੰਦਿਆਂ ਦੀ ਕਾਹਦੀ ਆਪਦੀ ਗੱਲ? ਅਸੀਂ ਤਾਂ ਲੋਕਾਂ ਦੇ ਸਿਰ ਤੇ ਆ, ਸਾਡੀ ਆਪਦੀ ਕੀ? ਆਪਣੇ ਤੁਸੀਂ ਜੇ ਬਿਆਨ ਤੇ ਉਸੇ ਤਰੀਕੇ ਨਾਲ ਕਾਇਮ ਹੈ, ਤੁਹਾਡੇ ਵੱਲੋਂ ਕੋਈ ਵੀ ਗਲਤ ਜਿਹੜੀ ਹੈਗੀ ਹੈ ਤਰੀਕੇ ਦੇ ਨਾਲ ਉਸ ਨੂੰ ਨਹੀਂ ਪੇਸ਼ ਕੀਤਾ ਗਿਆ ਸੀ, ਉਸ ਨੂੰ ਗਲਤ ਜਿਹੜਾ ਹੈਗਾ ਜ਼ਰੂਰ ਸੋਚਿਆ ਜਾ ਰਿਹਾ BSP ਦੇ। ਮੈਂ ਕਹਿੰਦਾ ਜੀ, ਦੇਖੋ, ਇਹ ਇੱਥੋਂ ਮਾਨਸਿਕਤਾ ਪਤਾ ਲੱਗਦੀ, ਸੋਚ ਪਤਾ ਲੱਗਦੀ ਹਰ ਬੰਦੇ ਦੀ। ਜਿਹਨੇ ਗੰਦਾ ਸੋਚਣਾ ਹੈ, ਜਿਹਨੇ ਮਾੜਾ ਸੋਚਣਾ, ਉਹਨੇ ਉਹੀ ਸੋਚਣਾ। ਹੁਣ ਮੈਂ ਇਹ ਕਹਿ ਰਿਹਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਪਾਰਟੀ ਭੱਜ ਗਈ, ਪੰਥਕ ਸੀਟਾਂ ਛੱਡ ਕੇ ਭੱਜ ਗਈ, ਉਹ BSP ਨੂੰ ਦੇਗੀ। ਚਲੋ, ਪਰ BSP ਮਤਲਬ SC ਕਿਵੇਂ ਹੋਇਆ? ਮੈਨੂੰ ਇਹ ਨਹੀਂ ਗੱਲ ਸਮਝ ਆਈ। ਜੇ ਇਹ ਜਾ ਕੇ ਮਾਇਆਵਤੀ ਜੀ ਦੀ ਇੱਥੇ ਪਰਿਵਾਰ ਬਹਿੰਦਾ ਰੋਪੜ, ਮੈਂ ਉਹਨਾਂ ਦੇ 20 ਵਾਰ ਉਹਨਾਂ ਦੇ ਘਰੇ ਗਿਆ, ਉਹਨਾਂ ਦੀ ਬਰਸੀ ਤੇ ਵੀ, ਉਹਨਾਂ ਨਾਲ ਮੇਰਾ ਨਿੱਜੀ ਵੀ ਬਹੁਤ ਪਿਆਰ ਆ। ਉਹਨਾਂ ਦੇ ਜਿਹੜੇ, ਉਹਨਾਂ ਨੂੰ ਪੁੱਛ ਲਿਓ ਵੀ ਇਹ ਕੀ ਨੇ, ਜਿਹੜੇ ਕਾਂਸ਼ੀ ਰਾਮ ਜੀ ਇਹ ਪਾਰਟੀ ਬਣਾਉਣ ਵਾਲੇ ਆ ਨਾ, ਉਹਨਾਂ ਵੇਲੇ ਤਾਂ ਇਹ ਉਹ ਪਾਰਟੀ ਦੇ ਮਾਨਸਿਕਤਾ ਇਹ SCਆਂ ਦੀ ਗੱਲ ਕਰਦੇ ਆ। ਇਹ ਮਾਇਆਵਤੀ ਜਿਹੜੀ ਨੇ 2200 ਕਰੋੜ ਦੇ ਗਰੀਬਾਂ ਨੂੰ ਕੋਈ ਪੈਸਾ ਤਾਂ ਕੀ ਦੇਣਾ ਸੀ, ਆਪ ਦੀਆਂ ਮੂਰਤੀਆਂ ਹੀ ਲਵਾ ਲੀਆਂ। ਕਿਸੇ ਗਰੀਬ ਦੇ ਬੱਚਿਆਂ ਦੇ ਵਿਆਹ ਤਾਂ ਕੀ ਕਰਨੇ ਸੀ? ਅਕਸ ਖਰਾਬ ਕਰ ਰਹੇ ਹੋ ਤੁਸੀਂ, ਮਾਇਆਵਤੀ ਦਾ ਅਕਸ ਖਰਾਬ ਕਰ ਰਹੇ ਹੋ। ਕਹਿੰਦੇ ਇਹੋ ਜਿਹੀ ਬਿਆਨਬਾਜ਼ੀਆਂ ਦੇ ਕੇ ਜਾਣਬੁੱਝ ਕੇ ਇਹ ਤਾਂ ਹਾਈ ਕੋਰਟ, ਸੁਪਰੀਮ ਕੋਰਟ 'ਚ ਜਿਹੜੇ ਨੇ ਉਹਨਾਂ ਦੇ ਉਹ ਕੇਸ ਤੁਸੀਂ ਸਟੱਡੀ ਆ ਹੁਣੀ ਪੜ੍ਹ, ਇਹ 'ਚੋਂ ਕੱਢ ਲਓ ਵੀ ਮਾਇਆਵਤੀ ਜੀ ਤੇ ਕਿੰਨੇ ਕੇਸ ਨੇ, ਕਿਹੜੇ ਕੇਸ ਨੇ। ਸਭ ਤੋਂ ਪਹਿਲਾਂ ਕੇਸ ਸਾਰੇ ਸਾਹਮਣੇ ਆ ਜਾਣਗੇ। ਫਿਰ ਜਿਹੜਾ ਲੋਕ ਯੁਕਤ ਆ, ਉਹਨੇ ਇਹ ਪੈਸੇ ਵੀ ਦੁਬਾਰਾ ਮੰਗੇ ਵੀ ਭੈਣ ਮਾਇਆਵਤੀ ਇੱਕ ਵਾਰ ਕੋਈ ਫੰਕਸ਼ਨ ਆ ਗਿਆ, ਉਹਨਾਂ ਨੇ ਮੈਚਿੰਗ ਜੁੱਤੀ ਨਹੀਂ, ਸੈਂਡਲ ਨਹੀਂ ਸੀਗੇ, ਤੇ ਜਹਾਜ਼, ਸਰਕਾਰੀ ਜਹਾਜ਼ ਬੰਬੇ ਗਿਆ, ਜਿੱਥੇ ਉਹਨਾਂ ਦੀ ਫੇਵਰੇਟ ਜੁੱਤੀਆਂ ਦੀ ਦੁਕਾਨ ਸੀ, ਉਹ ਰੰਗ ਦੇ ਸੈਂਡਲ ਲੈਣ ਐਡਾ ਜਹਾਜ਼ ਤੇ 2 ਜੁੱਤੀਆਂ ਦਾ ਡੱਬਾ ਉਹ ਜਹਾਜ਼ 'ਚ ਆਇਆ।
ਉਹ ਤੁਸੀਂ ਕੱਢੋਗੇ ਇਹ 'ਚ ਸਾਰਾ ਕੁਝ ਆ ਜਾਊਗਾ। ਉਹ ਵੀ ਗੂਗਲ ਦੀ ਗੱਲ ਕਰਦੇ ਸੀ, ਉਹ ਕਹਿੰਦੇ ਗੂਗਲ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸਰਦਾਰ ਬੇਅੰਤ ਸਿੰਘ ਬਾਰੇ, ਕਹਿੰਦੇ ਗੂਗਲ 'ਚ ਦੇਖੋ। ਉਹਨਾਂ ਨੇ ਵੀ ਗੂਗਲ ਵਾਲੇ ਲੀਡਰ ਨੇ ਉਹ ਜਿਹੜੇ ਵੀ ਹੈ, ਇਹ ਕੌਣ ਨੇ। ਬਿੱਟੂ ਸਾਹਿਬ, ਆਖਰੀ ਦੇ ਵਿੱਚ ਕੀ ਲੱਗਦਾ ਹੁਣ ਕਾਂਗਰਸ ਦੇ ਵਿੱਚ ਕਲੇਸ਼ ਸੁਲਝਣ ਜਾ ਰਿਹਾ ਹੈਗਾ? ਕਿਉਂਕਿ ਰਵੀਵਾਰ ਨੂੰ ਦੱਸਿਆ ਜਾ ਰਿਹਾ ਕਿ ਕੁਝ ਐਕਸ਼ਨ ਜਿਹੜਾ ਹੈਗਾ ਉਹ ਕਮੇਟੀ ਦੇ ਵੱਲੋਂ ਲਿੱਤਾ ਜਾ ਸਕਦਾ ਹੈ, ਫੇਰ ਬਦਲ ਹੋ ਸਕਦੇ ਹੈਗੇ ਨੇ, ਫਾਰਮੂਲਾ ਵੀ ਲਗਭਗ ਜਿਹੜਾ ਹੈਗਾ ਉਹ ਤਿਆਰ ਹੋ ਚੁੱਕਿਆ ਹੈ, ਤਾਂ ਕੀ ਸਮਝਦੇ ਹੋ ਸਭ ਕੁਝ ਠੀਕ ਹੋਣ ਜਾ ਰਿਹਾ? ਸਭ ਤੋਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਆਪ ਜਾਣਗੇ, ਹਜੇ ਉਹਨਾਂ ਨੂੰ ਮਿਲਣਾ ਹੈ, ਚਾਹੇ ਉਹ ਸਾਡੇ ਪ੍ਰਧਾਨ ਸੋਨੀਆ ਗਾਂਧੀ ਜੀ ਹੋਣ, ਚਾਹੇ ਰਾਹੁਲ ਗਾਂਧੀ ਜੀ ਹੋਣ। ਉਹ ਮਿਲਣ ਤੋਂ ਬਾਅਦ ਜੋ ਇਹ ਪ੍ਰਪੋਜ਼ਲ ਲੈ ਕੇ ਜਾਣਗੇ, ਜੋ ਕਮੇਟੀ ਨੇ ਦਿੱਤਾ ਉਹ ਮਿਲ ਬਹਿ ਕੇ ਫਿਰ ਉਹ ਚੀਜ਼ ਹੈ ਜਿਹੜੀ ਇੰਪਲੀਮੈਂਟ ਕੀਤੀ ਜਾਊਗੀ। ਹੁਣ ਰੌਲਾ ਕੋਈ ਨਹੀਂਗਾ, ਇਹ ਮੈਂ ਤੁਹਾਨੂੰ ਦੱਸ ਦਿੰਦਾ, ਪਹਿਲਾਂ ਵੀ ਨਹੀਂ ਸੀ, ਉਹ ਇਸ਼ੂ ਤੇ ਹੀ ਰੌਲਾ ਸੀਗਾ। ਇਸ਼ੂ ਹਰ ਮਨ 'ਚ ਮੇਰੇ ਜਿਵੇਂ ਅਲੱਗ ਕੋਈ ਵਿਚਾਰਧਾਰਾ ਹੋ ਸਕਦੀ ਹੈ, ਮੈਨੂੰ ਲੱਗਦਾ ਸੀ ਵੀ ਐ ਹੋਣਾ ਚਾਹੀਦਾ, ਉਹ ਸਾਰਿਆਂ ਨੇ ਆਪਣੀ ਆਪਣੀ ਉਹ ਗੱਲ। ਹੁਣ ਤੁਸੀਂ ਵੀ ਕਹਿੰਦੇ ਸੀ ਜੇਕਰ ਕਾਰਵਾਈ ਨਹੀਂ ਹੋ ਸਕਦੀ ਤਾਂ ਹੋਮ ਡਿਪਾਰਟਮੈਂਟ ਕਿਸੇ ਹੋਰ ਨੂੰ ਦੇ ਦਿਓ, ਹੁਣ ਸੈਟੀਸਫਾਈਡ ਹੈਗੇ ਹੋ ਕਿ ਜਿਹੜੀ ਕਾਰਵਾਈ ਚੱਲ ਰਹੀ ਹੈ ਜਿਸ ਤਰੀਕੇ ਨਾਲ ਚੱਲ ਰਹੀ ਹੈ? ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੰਮਨ ਐਸਆਈਟੀ ਨੇ ਕਰਤਾ, ਐਸਆਈਟੀ ਨੇ ਵੀ ਕੰਮ ਤੇਜ਼ ਕਰਤਾ, ਹੁਣ ਸੈਟੀਸਫਾਈਡ ਹੋ ਤੁਸੀਂ? ਦੇਖੋ ਨਾ, ਹੁਣ ਤਾਂ ਬਾਦਲ ਸਾਹਿਬ ਸਿਹਤ ਖਰਾਬ ਹੋਣ ਦੀ ਗੱਲ ਕਰਨ ਲੱਗ ਗਏ ਨਾ, ਇੰਨਾ ਹੀ ਫਰਕ ਹੁੰਦਾ ਹੈ ਬਸ। ਜਦੋਂ ਤੁਸੀਂ ਮਾਇਆਵਤੀ ਨਾਲ ਗੱਲ ਕਰਦੇ ਹੋ ਤਾਂ ਉਹਨਾਂ ਨੂੰ ਤਾਂ ਖਾਣੇ ਭੋਜਨ ਲੜਨ ਦਾ ਸੱਦਾ ਵੀ ਦਿੰਦੇ ਹੋ, ਟੈਲੀਫੋਨ ਤੇ ਬੜੀ ਗੜਕ ਦੀ ਆਵਾਜ਼ ਆਉਂਦੀ ਆ, ਤੇ ਜਦੋਂ ਐਸਆਈਟੀ ਦੇ ਮੂਹਰੇ ਗੱਲ ਕਰਨ ਦੀ ਹੁੰਦੀ ਹੈ ਫਿਰ ਤੁਹਾਡੀ ਤਬੀਅਤ ਖਰਾਬ ਹੋ ਜਾਂਦੀ ਹੈ। ਹੋਮ ਡਿਪਾਰਟਮੈਂਟ ਹੁਣ ਮੁੱਖ ਮੰਤਰੀ ਕੋਲ ਰਹਿਣਾ ਚਾਹੀਦਾ ਕਿ ਨਹੀਂ ਰਹਿਣਾ? ਅੰਦਾਜ਼ਾ ਲਾਓ, ਇੱਥੋਂ ਹੀ ਅੰਦਾਜ਼ਾ ਲਾਓ, ਤੇ ਬੀਐਸਪੀ ਵਾਲਿਆਂ ਨੂੰ ਵੀ ਪੁੱਛੋ ਵੀ ਇਹ ਜਿਹੜੇ ਬੇਅਦਬੀ ਵਾਲੇ ਇਸ਼ੂ 'ਚ ਬਾਦਲ ਸਾਹਿਬ ਕਿਉਂ ਜਾਣ ਲਈ। ਹੁਣ ਪਤਾ ਲੱਗੇ ਨਾ ਵੀ ਐਸਆਈਟੀ ਇਹ ਅਸਲੀ ਐਸਆਈਟੀ ਆ ਜਿਹਨੇ ਕੱਢਣਾ ਕੰਮ ਅਸਲੀ। ਐਸਆਈਟੀ ਅਸਲੀ ਨਹੀਂ ਸੀ। ਨਹੀਂ, ਮੈਂ ਉਸ ਤੇ ਗੱਲ ਨਾ ਕਰੋ, ਫਿਰ ਤੁਸੀਂ ਤਾਂ ਗੱਲ 'ਚ ਮਤਲਬ ਤੇ ਇਹ ਤਾਂ ਤੁਸੀਂ ਆਪ ਸਮਝ ਲਿਆ ਕਰੋ। ਹੁਣ ਜ਼ਰੂਰ ਥੋੜੀ ਹਰੇਕ ਗੱਲ ਦੇ ਗੱਲ 'ਚ ਮਤਲਬ ਕੱਢ ਕੇ ਗੱਲ ਕਰੋ। ਇਹ ਦੱਸ ਦਿਓ ਕਿ ਹੁਣ ਮੰਨਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਹੋਮ ਡਿਪਾਰਟਮੈਂਟ ਰਹਿਣਾ ਚਾਹੀਦਾ ਹੈਗਾ? ਰਹਿਣਾ ਵੀ ਚਾਹੀਦਾ, ਰਹੂਗਾ ਵੀ, ਔਰ 2022 ਦੇ ਵਿੱਚ ਵੀ ਰਹਿਣਾ ਚਾਹੀਦਾ, ਔਰ ਮੁੱਖ ਮੰਤਰੀ ਵੀ ਉਹਨਾਂ ਨੂੰ ਹੋਣਾ ਚਾਹੀਦਾ। ਦੇਖੋ ਇਹ ਤਾਂ ਕੁਦਰਤੀ ਗੱਲ ਆ, ਜਿਹਨੇ 5 ਸਾਲ ਜੋ ਕੀਤਾ ਤੇ ਫਿਰ ਫਸਲ ਵੱਢਣ ਦਾ ਮੌਕਾ ਵੀ ਤਾਂ ਉਹਦੇ ਕੋਲ ਹੀ ਹੋਣਾ ਚਾਹੀਦਾ। ਕਿਉਂਕਿ ਬਿੱਟੂ ਹੀ ਸਭ ਤੋਂ ਜ਼ਿਆਦਾ ਜਿਸ ਤਰੀਕੇ ਨਾਲ ਸਵਾਲ ਖੜੇ ਕਰ ਰਹੇ ਸੀ, ਅੱਜ ਕੱਲ ਬਿੱਟੂ ਹੀ ਹੋਣੀ ਜਿਹੜੇ ਨੇ ਉਹ ਫੋਟੋਆਂ ਦੇ ਵਿੱਚ ਨਜ਼ਰ ਆਉਂਦੇ ਨੇ, ਮੀਟਿੰਗਾਂ ਹੋ ਰਹੀਆਂ ਨੇ, ਸੰਸਦਾਂ ਨਾਲ ਹੋ ਰਹੀਆਂ ਨੇ, ਵਿਧਾਇਕਾਂ ਨਾਲ ਹੋ ਰਹੀਆਂ ਨੇ, ਅੱਜ ਕੱਲ ਤੁਹਾਡੀ ਫੋਟੋਆਂ ਜਿਹੜੀਆਂ ਨੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਫੇਸਬੁੱਕ ਪੇਜ ਤੇ ਸਭ ਤੋਂ ਵੱਧ ਨਜ਼ਰ ਆ ਰਹੀਆਂ। ਬਿੱਟੂ ਸਾਹਿਬ, ਦੇਖੋ ਮੈਂ ਤਾਂ ਦਿੱਲੀ ਦਾ ਇੱਕ ਮੈਂਬਰ ਪਾਰਲੀਮੈਂਟ ਆ, ਹਾਈ ਕਮਾਂਡ ਦੇ ਜੋ ਹੁਕਮ ਤੇ ਕੰਮ ਕਰਦੇ ਆ। ਦੂਜਾ ਜਿਹੜੀ ਗੱਲ ਕਹੀ ਸੀ ਉਹ ਉਹਨਾਂ ਨੇ ਕਰ, ਮਤਲਬ ਚਾਹੇ ਪਹਿਲਾਂ ਵੀ ਤਿਆਰੀ ਹੋਵੇ, ਇਹ ਤਾਂ ਸਾਡਾ ਤਾਂ ਊਂ ਲੱਗ ਗਿਆ ਹੋਵੇ ਨਾਲ ਵੀ ਅਸੀਂ ਵੀ ਕਿਹਾ ਵੀ ਭਾਵਨਾਵਾਂ ਤੁਹਾਡੀਆਂ ਵੀ ਜਾਗੀਆਂ ਸੀ ਉਦੋਂ। ਨਹੀਂ, ਮੈਂ ਉਹੀ ਕਹਿਣਾ ਵੀ ਸਾਡਾ ਵੀ ਸ਼ਾਇਦ ਇਹ 'ਚ ਕਹਿਣ ਤੋਂ ਬਾਅਦ ਜੇ ਅਸੀਂ ਕ੍ਰੈਡਿਟ ਲਈਏ ਤਾਂ ਉਹ ਵੀ ਕੋਈ ਚੰਗਾ ਨਹੀਂਗਾ, ਪਰ ਜੋ ਅਸੀਂ ਗੱਲ ਕਹਿੰਦੇ ਸੀ ਉਹ ਹੋ ਰਹੀ ਆ, ਦਿਖ ਰਹੀ ਆ ਤਸੱਲੀ ਨਾਲ। ਤੇ ਹੁਣ ਜਿਹੜੇ ਹੋਰ ਵੀ ਲੋਕ ਸਾਰੀਆਂ ਗੱਲਾਂ ਕਹਿ ਰਹੇ ਸੀ ਉਹ ਵੀ ਹੁੰਦੀਆਂ ਦਿਖਣਗੀਆਂ, ਕੋਈ ਇਸ 'ਚ ਕਮੀ ਨਹੀਂ ਆਊਗੀ। ਕਈ ਵਾਰ ਪਤਾ ਕੀ ਹੁੰਦਾ, ਮਿਸਕਮਿਊਨੀਕੇਸ਼ਨ ਗੈਪ ਪੈ ਜਾਂਦਾ ਕਈ ਬੰਦਿਆਂ ਕਰਕੇ। ਉਹ ਜਦੋਂ ਹੁਣ ਤੁਸੀਂ ਮੇਰੀ ਗੱਲ ਕਰਦੇ ਹੋ, ਅਸੀਂ ਕੁਝ ਬੰਦੇ ਜੇ ਜਾਣਦੇ ਆ, ਹੁਣ ਲਾਲੀ ਜੀ ਜਿਵੇਂ ਰੁਕੇ ਹੋਏ ਸੀ, ਚੇਅਰਮੈਨ ਨਹੀਂ ਇਹਨਾਂ ਦੀ, ਇੱਕ ਬਹੁਤ ਲੋਕਾਂ ਦੇ ਮਨ 'ਚ ਇਹ ਸੀਗਾ ਵੀ ਯਾਰ ਇੱਕ ਬੰਦਾ ਜਿਹੜਾ ਮਜੀਠੀਏ ਨਾਲ ਲੜਾਈ ਲੜਦਾ ਉਹਨੂੰ ਕਿਉਂ ਨਹੀਂ। ਇਹੋ ਜਿਹੀਆਂ ਗੱਲਾਂ ਹੈ ਜਿਹੜੀਆਂ ਵਰਕਰ ਨੂੰ ਖੁਸ਼ ਕਰਦੀਆਂ, ਉਤਸ਼ਾਹਿਤ ਕਰ ਦਿੰਦੀਆਂ। ਤੇ ਉੱਥੇ ਬਹਿ ਕੇ ਜਿਵੇਂ ਤੁਸੀਂ ਕਹਿ ਰਹੇ ਹੋ, ਜੇ ਦਿਖ ਰਹੇ ਹੋ ਤੇ ਇਹੋ ਜਿਹੀਆਂ 2-4 ਗੱਲਾਂ ਚੰਗੀਆਂ ਕਰਾ ਲਾਂਗੇ ਤਾਂ ਪਾਰਟੀ ਦਾ ਹੀ ਫਾਇਦਾ ਹੈ। ਕਮਿਊਨੀਕੇਸ਼ਨ ਪਹਿਲਾਂ ਤਾਂ ਨਹੀਂ ਹੋ ਪਾਉਂਦਾ ਸੀ ਕਿਉਂਕਿ ਸਿਸਟਮਾਂ ਬੈਠੇ ਹੋਏ ਸੀ, ਹੁਣ ਸਰਕਾਰੀ ਰਿਹਾਇਸ਼ ਤੇ ਆ ਗਏ, ਔਰ ਸਰਕਾਰੀ ਰਿਹਾਇਸ਼ ਤੋਂ ਬਾਹਰ ਨਿਕਲ ਕੇ ਤਾਂ ਹੁਣ ਮੁਲਾਕਾਤਾਂ ਵੀ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਨੇ। ਪ੍ਰਤਾਪ ਬਾਜਵਾ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ, ਇਸ ਨੂੰ ਕਿਵੇਂ ਵੇਖਦੇ ਹੈਗੇ? ਨਹੀਂ, ਮੁਲਾਕਾਤ ਦੀ ਕੱਲੀ ਖਬਰ ਕਿਉਂਕਿ ਤੁਹਾਡੇ ਬੜੇ ਚੈਨਲ ਨੇ, ਕੋਈ ਫਾਇਦਾ ਨਹੀਂ। ਅੱਜ ਕੱਲ ਤਾਂ ਟੈਲੀਫੋਨ ਤੇ ਗੱਲ ਹੋ ਜਾਂਦੀ ਹੈ, ਮੁਲਾਕਾਤ ਕਰਨ ਦੀ ਕੀ ਲੋੜ ਹੁੰਦੀ ਹੈ? ਜੇ ਤੁਸੀਂ ਸ਼ਕਲ ਵੀ ਦੇਖਣੀ ਹੈ ਤਾਂ ਵੀ ਤੁਸੀਂ ਉਹ ਦੂਜੀ ਕਾਲ ਕਰ ਲਓ, ਵੀਡੀਓ ਕਾਲ ਕਰ ਲਓ, ਤਾਂ ਹੋ ਜਾਂਦੀ ਹੈ ਤਸੱਲੀ। ਇਸ ਕਰਕੇ ਮੁਲਾਕਾਤਾਂ ਵਾਲੀ ਗੱਲ ਨਹੀਂ, ਗੱਲ ਇਹ ਆ ਵੀ ਜੋ ਤੁਹਾਡੀਆਂ ਭਾਵਨਾਵਾਂ ਹੈ, ਵਿਅਕਤੀ ਦੇ ਘਰ ਜਾਣਾ ਜਿਸ ਦੇ ਨਾਲ 36 ਦਾ ਅੰਕੜਾ ਹੋਵੇ, ਉਸ ਦੇ ਨਾਲ ਮੁਲਾਕਾਤ ਕਰਨੀ, ਇਹ ਕਿਤੇ ਨਾ ਕਿਤੇ 2022 ਦੇ ਵਾਸਤੇ ਇੱਕ ਬਹੁਤ ਵੱਡੀ ਡਿਵੈਲਪਮੈਂਟ ਦੇਖੀ ਜਾ ਰਹੀ ਹੈ। ਔਰ ਚਰਚਾ ਇਹ ਵੀ ਆ ਰਹੀ ਕਿ ਬਿੱਟੂ ਜੀ ਤੁਸੀਂ ਵੀ ਵਿੱਚ ਨਾਲ ਮੌਜੂਦ ਸੀਗੇ, ਤੁਹਾਡੀ ਵੀ ਜਿਹੜੀ ਹੈਗੀ ਕੋਈ ਉਹਦੇ ਵਿੱਚ ਭੂਮਿਕਾ ਰਹੀ? ਘਰ ਵਾਲੀ ਗੱਲ ਹਜੇ ਕੋਈ ਉਹ 'ਚ ਮੈਨੂੰ, ਜੇ ਦੇਖੋ ਮੈਂ ਹੁਣ ਇੱਕ ਐਵੇਂ ਛੋਟੀ ਗੱਲ ਕਰ ਦਵਾਂ ਉਹਦਾ ਕੋਈ ਫਾਇਦਾ ਨਹੀਂਗਾ। ਘਰ ਵਾਲੀ ਗੱਲ ਦਾ ਨਾ ਮੈਨੂੰ ਜਾਣਕਾਰੀ ਹੈ, ਨਾ ਮੈਨੂੰ ਲੱਗਦਾ ਬਾਹਰ ਜਿਹੜੀ ਜੇ ਬਾਹਰ ਵੀ ਹੋਈ ਹੈ ਤਾਂ ਤੁਸੀਂ ਵੀ ਨਾਲ ਮੌਜੂਦ ਸੀਗੇ, ਇਹ ਵੀ ਚਰਚਾਵਾਂ ਚੱਲ ਪਈਆਂ? ਨਹੀਂ, ਮੈਂ ਤੁਹਾਨੂੰ ਕਿਉਂ ਇਹ ਆਪਾਂ ਗਾਹਾਂ ਬਾਦਲ ਨੂੰ ਮਿਲੇ ਆ ਜਾਂ ਅਸੀਂ ਮਿਲੇ ਆ ਮਾਇਆਵਤੀ ਨੂੰ ਵੀ ਲੁਕੋ ਕੇ ਰੱਖਣੀ ਹੈ ਗੱਲ? ਜੇ ਮਿਲਿਆ ਤਾਂ ਫੋਟੋਆਂ ਬਾਹਰ ਆਉਣਗੀਆਂ, ਆਪ ਚੋਰੀ ਕੀ ਤੋਂ ਰੱਖਣਾ ਇਹ? ਇਸ ਕਰਕੇ ਇਹ ਗੱਲ ਨਹੀਂ ਗੀ।
ਆਖਿਰ ਦੇ ਵਿੱਚ ਸਿੱਧੂ ਦਾ ਕੀ ਲੱਗਦਾ ਹੈ, ਕਿਉਂਕਿ ਮੁਲਾਕਾਤਾਂ ਸਭ ਨਾਲ ਹੋ ਗਈਆਂ, ਸਿੱਧੂ ਹੀ ਇਕੱਲੇ ਬਚੇ ਨੇ, ਉਹਨਾਂ ਦੇ ਨਾਲ ਵੀ ਹੱਲ ਹੋ ਜਾਊਗਾ ਕਿ ਨਹੀਂ ਹੋਊਗਾ? ਉਹ ਹੁਣ ਬਾਹਰ ਨਿਕਲਣਗੇ, ਹੱਲ ਤਾਂ ਹੀ ਹੋਊਗਾ ਨਾ। ਉਹ ਤਾਂ ਅੰਦਰ ਵੜ ਜਾਂਦੇ ਆ, ਉਹਨਾਂ ਆਪਣੀ ਕੈਬਨਿਟ ਸਾਂਭਣ, ਮਿਨਿਸਟਰੀ ਸਾਂਭਣ ਤੇ ਬੈਟਿੰਗ ਕਰਨ, ਬੈਟ ਘਮਾਉਣ, ਆਪਣਾ ਲੋਕਾਂ ਨੂੰ ਪਰਫਾਰਮ ਕਰਕੇ ਦਿਖਾਉਣ, ਕੰਮ ਦਿਖਾਉਣ ਤੇ ਟੀਮ ਦਾ ਸਾਥੀ ਬਣਨ। ਅੰਦਰ ਬਹਿ ਕੇ ਕੀ, ਅੰਦਰ ਬਹਿ ਕੇ ਨਹੀਂ ਗੱਲ ਬਣਨੀ। ਉਹਨਾਂ ਕੋਲ ਤਾਂ ਦੇਖੋ ਲੋਕ ਮੰਗਦੇ ਆ, ਉਹਨਾਂ ਕੋਲ ਉਹ ਛੱਡੀ ਬੈਠੇ ਆ, ਤੇ ਪਰਫਾਰਮ ਤਾਂ ਗਰਾਊਂਡ 'ਚ ਮੈਦਾਨ 'ਚ ਆ ਕੇ ਹੋਣਾ ਨਾ, ਉਹ ਉਹਨਾਂ ਨੂੰ ਆਉਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਤਾਂ ਰਵਨੀਤ ਸਿੰਘ ਬਿੱਟੂ, ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਹੋਈ ਹੈ, ਔਰ ਜਿਸ ਤਰੀਕੇ ਨਾਲ ਅਕਾਲੀ ਬਸਪਾ ਦੇ ਗੱਠਜੋੜ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ ਵਿਵਾਦ ਸ਼ੁਰੂ ਹੋਇਆ, ਉਸ ਦੇ ਉੱਤੇ ਬਿੱਟੂ ਕਾਇਮ ਨੇ ਕਿ ਮੇਰੇ ਵੱਲੋਂ ਕੋਈ ਵੀ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਗਈ, ਔਰ ਜੋ ਮੀਟਿੰਗ ਹੋਈ ਹੈ ਉਸ ਦੇ ਉੱਤੇ ਵੀ ਕਹਿਣਾ ਕਿ ਅਸੀਂ ਕਿਹੜਾ ਬਾਦਲਾਂ ਦੇ ਨਾਲ ਮੁਲਾਕਾਤ ਕੀਤੀ ਹੈ, ਅਸੀਂ ਆਪਣੀ ਹੀ ਪਾਰਟੀ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਹੈ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।